हेलो डियर स्टूडेंट्स, वेलकम बैक टू माय यूट्यूब चैनल। सो बच्चे इस वीडियो ਦੇ ਵਿੱਚ ਅਸੀਂ ਡਿਸਕਸ ਕਰਨ ਜਾ ਰਹੇ ਹਾਂ ਕਿਹੜੇ ਕੁਐਸਚਨ ਸਾਨੂੰ ਪੜ੍ਹਨੇ ਚਾਹੀਦੇ ਆ। ਸੋ ਬਹੁਤ ਸਾਰੇ ਸਟੂਡੈਂਟਸ ਦੇ ਕਮੈਂਟ ਆ ਰਹੇ ਆ ਕਿ ਮੈਮ ਸਾਨੂੰ ਕੁਝ ਨਹੀਂ ਆਂਦਾ, ਪਲੀਜ਼ ਸਾਨੂੰ ਇੰਪੋਰਟੈਂਟ ਕੁਐਸਚਨਸ ਦੱਸ ਦਿਓ। ਸੋ ਬੱਚੇ ਇਸ ਲੈਕਚਰ ਦੇ ਅੰਦਰ, ਇਸ ਵੀਡੀਓ ਦੇ ਅੰਦਰ ਬੱਚੇ ਅਸੀਂ ਦੇਖਾਂਗੇ 5 ਮਾਰਕਸ ਦੇ ਮੋਸਟ ਇੰਪੋਰਟੈਂਟ ਕੁਐਸਚਨਸ ਕਿਹੜੇ ਆ ਔਰ ਸਾਨੂੰ ਕਿੱਥੋਂ ਪੜ੍ਹਨੇ ਚਾਹੀਦੇ ਆ, ਕਿੱਦਾਂ ਪੜ੍ਹਨੇ ਚਾਹੀਦੇ ਆ। ਸੋ ਬੱਚੇ ਤੁਸੀਂ ਆਪਣੀ ਮਾਰਕਿੰਗ ਸਕੀਮ ਦੇਖ ਸਕਦੇ ਆ। ਇਸ ਮਾਰਕਿੰਗ ਸਕੀਮ ਦੇ ਅਕੋਰਡਿੰਗਲੀ ਤੁਹਾਡੇ 5 ਮਾਰਕਸ ਦਾ ਇੱਕ ਕੁਐਸਚਨ ਆਏਗਾ ਜਿਹੜਾ ਕਿ ਮਕੈਨੀਕਲ ਪ੍ਰੋਪਰਟੀ ਆਫ ਫਲੂਇਡ ਦੇ ਵਿੱਚੋਂ ਆਏਗਾ। ਠੀਕ ਹੈ ਜੀ। ਸੋ ਮਕੈਨੀਕਲ ਪ੍ਰੋਪਰਟੀ ਆਫ ਫਲੂਇਡ ਦੇ ਵਿੱਚ ਬੱਚੇ ਲਿਮਿਟਿਡ ਲੌਂਗ ਕੁਐਸਚਨਸ ਆ। ਇਹਦਾ ਮਤਲਬ ਉਹਨਾਂ ਦੇ ਉਹੀ ਅੱਛੇ ਤਰੀਕੇ ਨਾਲ ਤੁਸੀਂ ਪ੍ਰਿਪੇਅਰ ਕਰਕੇ ਜਾਓਗੇ ਤਾਂ ਇਹਦੇ ਵਿੱਚ 2 ਕੁਐਸਚਨਸ ਆਣਗੇ। ਦੋਨਾਂ ਕੁਐਸਚਨਸ ਚੋਂ ਤੁਸੀਂ ਕੋਈ ਇੱਕ ਕੁਐਸਚਨ ਹੀ ਅਟੈਂਪਟ ਕਰਨਾ ਆ 5 ਮਾਰਕਸ ਦਾ। ਸੋ ਚਲੋ ਬੱਚੇ ਪਹਿਲਾਂ ਮਕੈਨੀਕਲ ਪ੍ਰੋਪਰਟੀ ਆਫ ਫਲੂਇਡਸ ਦੇ ਵਿੱਚੋਂ ਅਸੀਂ ਕੁਐਸਚਨਸ ਦੇਖ ਲੈਂਦੇ ਆ ਕਿ ਅਸੀਂ ਕਿਹੜੇ 5 ਮਾਰਕਸ ਦੇ ਕੁਐਸਚਨਸ ਪ੍ਰਿਪੇਅਰ ਕਰਨੇ ਆ। ਨੰਬਰ 1 ਇਜ਼ ਐਕਸਪਲੇਨ ਦ ਟਰਮ ਸਟ੍ਰੀਮਲਾਈਨ ਫਲੋ ਐਂਡ ਅ ਟਰਬੂਲੈਂਟ ਫਲੋ। ਬੱਚੇ ਜਦੋਂ ਤੁਹਾਡਾ 5 ਮਾਰਕਸ ਦਾ ਲੌਂਗ ਕੁਐਸਚਨ ਆਏਗਾ ਨਾ, ਉਹਦੇ ਨਾਲ ਜਿਹੜਾ ਆ ਤੁਹਾਡਾ ਕੁਐਸਚਨ ਆ ਜਾਂਦਾ ਹੁੰਦਾ ਆ 1 ਮਾਰਕਸ ਦੀ ਡੈਫੀਨੇਸ਼ਨਸ ਆ ਜਾਂਦੀਆਂ ਆ। ਸੋ ਸਟ੍ਰੀਮਲਾਈਨ ਫਲੋ ਐਂਡ ਟਰਬੂਲੈਂਟ ਫਲੋ ਦੀ ਜੋ ਡੈਫੀਨੇਸ਼ਨਸ ਆ that are most important definition. Drive an equation of continuity for steady flow of incompatible flow. So ਬੱਚੇ ਫਲੂਇਡ ਕੋਈ ਵੀ ਜਿਹੜਾ ਹੋ ਸਕਦਾ ਆ, ਜਿਹੜਾ ਅਸੀਂ ਇਕੁਏਸ਼ਨ ਕੀਤੀ ਸੀ, ਇਕੁਏਸ਼ਨ ਆਫ ਕੰਟੀਨਿਊਟੀ ਦਾ ਜੋ ਆਰਟੀਕਲ ਹੈ, ਅਦਰਵਾਈਜ਼ ਇਹ ਬਹੁਤ ਜ਼ਿਆਦਾ ਇੰਪੋਰਟੈਂਟ ਆਰਟੀਕਲ ਨਹੀਂ ਆ ਕਿਉਂਕਿ 5 ਮਾਰਕਸ ਦੇ ਬਹੁਤ ਲਿਮਿਟਿਡ ਕੁਐਸਚਨਸ ਆ। ਸੋ ਬੱਚੇ 5 ਮਾਰਕਸ ਦਾ ਅਸੀਂ ਕੋਈ ਵੀ ਕੁਐਸਚਨ ਨਹੀਂ ਛੱਡ ਕੇ ਜਾਵਾਂਗੇ। ਕੋਈ ਵੀ ਕੁਐਸਚਨ ਤੁਹਾਡੇ ਐਗਜ਼ਾਮ ਦੇ ਅੰਦਰ ਆ ਸਕਦਾ, ਬਟ ਜੋ ਇਹ ਵਾਲਾ ਕੁਐਸਚਨ ਹੈ ਦਿਸ ਇਜ਼ ਨੋਟ ਮੋਸਟ ਇੰਪੋਰਟੈਂਟ। ਸੋ ਇਹ ਤੁਸੀਂ ਕਰਕੇ ਜਾ ਸਕਦੇ ਆ। ਇਕੁਏਸ਼ਨ ਆਫ ਕੰਟੀਨਿਊਟੀ ਤੁਸੀਂ ਨਹੀਂ ਛੱਡਣਾ ਕਿਉਂਕਿ 5 ਮਾਰਕਸ ਦੇ ਕੁਐਸਚਨ ਆ ਬੱਚੇ, ਲਿਮਿਟਿਡ ਕੁਐਸਚਨਸ ਆ। ਸੋ ਟਰਾਈ ਕਰੋ ਕਿ ਸਾਰੇ ਕਰਕੇ ਜਾਓ। ਮੰਨ ਲਓ ਕੋਈ ਇੱਕ ਛੱਡ ਵੀ ਦਿੰਦੇ ਆ ਤਾਂ ਵੈਸੇ ਤਾਂ ਆਪਸ਼ਨ ਆਏਗੀ 1 ਔਰ 1 ਕਰਕੇ। ਸੋ ਤੁਸੀਂ ਛੱਡ ਵੀ ਸਕਦੇ ਆ, ਬਟ ਹੋ ਸਕਦਾ ਸੈਕੰਡ ਕੁਐਸਚਨ ਵੀ ਤੁਹਾਨੂੰ ਨਾ ਆਂਦਾ ਹੋਵੇ। ਸੋ ਇਸ ਕਰਕੇ ਸਾਰੇ ਕੁਐਸਚਨ ਕਰਕੇ ਜਾਣਾ। ਸੈਕੰਡ ਕੁਐਸਚਨ ਆ ਸਟੇਟ ਐਂਡ ਪ੍ਰੂਵ ਬਰਨੌਲੀਜ਼ ਥਿਊਰਮ ਫॉर ਫਲੂਇਡ ਐਂਡ ਗਿਵ ਦ ਅਜ਼ੰਪਸ਼ਨਸ ਯੂਜ਼ਡ ਇਨ driving it. So this is the most important question. So ਬੱਚੇ ਬਰਨੌਲੀਜ਼ ਥਿਊਰਮ ਇਹ most important question ਹੈ। ਤੁਸੀਂ ਮੰਨ ਕੇ ਚੱਲੋ ਕਿ 90% ਜਾਂ 95% ਚਾਂਸਿਸ ਹੈ ਕਿ ਬਰਨੌਲੀਜ਼ ਥਿਊਰਮ ਜਿਹੜਾ ਆ ਤੁਹਾਡੇ ਐਗਜ਼ਾਮ ਦੇ ਅੰਦਰ ਪੁੱਛ ਲਿਆ ਜਾਵੇ। ਮੋਸਟ ਇੰਪੋਰਟੈਂਟ ਕੁਐਸਚਨ ਹੈ ਬੱਚੇ, ਇਹਨੂੰ ਬਿਲਕੁਲ ਵੀ ਨਹੀਂ ਛੱਡ ਕੇ ਜਾਣਾ। ਅਦਰਵਾਈਜ਼ ਬੱਚੇ ਜਿਹੜਾ ਮੋਸਟ ਇੰਪੋਰਟੈਂਟ ਕੁਐਸਚਨ ਹੈ ਇਹ ਤੁਹਾਨੂੰ ਡਿਸਕ੍ਰਿਪਸ਼ਨ ਦੇ ਅੰਦਰ ਤੁਹਾਨੂੰ ਇਹਦਾ ਲਿੰਕ ਮਿਲ ਜਾਏਗਾ। ਅਗਰ ਤੁਸੀਂ ਇਹ ਕਦੇ ਨਹੀਂ ਪੜ੍ਹਿਆ ਜਾਂ ਨਹੀਂ ਕਦੇ ਇਹਨੂੰ ਦੇਖਿਆ, ਤੁਸੀਂ ਡਿਸਕ੍ਰਿਪਸ਼ਨ ਬਾਕਸ ਓਪਨ ਕਰਨਾ, ਉੱਥੋਂ ਜਿਹੜਾ ਤੁਸੀਂ ਪ੍ਰੋਪਰ ਲੈਕਚਰ ਜਿਹੜਾ ਬਰਨੌਲੀਜ਼ ਥਿਊਰਮ ਦਾ ਲਗਾ ਸਕਦੇ ਆ, ਸਮਝ ਸਕਦੇ ਆ। ਬਹੁਤ ਹੀ ਈਜ਼ੀ ਟੌਪਿਕ ਹੈ ਔਰ ਬਹੁਤ ਈਜ਼ੀਲੀ ਤੁਹਾਨੂੰ ਸਮਝ ਲੱਗ ਜਾਏਗਾ ਔਰ ਇਹ ਮੋਸਟ ਇੰਪੋਰਟੈਂਟ ਕੁਐਸਚਨ ਹੈ। ਠੀਕ ਹੈ ਜੀ। ਸੋ ਬਰਨੌਲੀਜ਼ ਥਿਊਰਮ ਬੱਚੇ ਸੈਕਿੰਡ ਇਸ ਤਰੀਕੇ ਨਾਲ ਵੀ ਕੁਐਸਚਨ ਆ ਸਕਦਾ। ਸਟੇਟ ਬਰਨੌਲੀਜ਼ ਥਿਊਰਮ ਪ੍ਰੂਵ ਦੈਟ ਦ ਟੋਟਲ એનર્ਜੀ possessed by the following flowing ideal liquid is conserved. State assumption used. ਸੋ ਬੱਚੇ ਇਸ ਤਰੀਕੇ ਨਾਲ ਕੁਐਸਚਨ ਵੀ ਜਿਹੜਾ ਆ ਸਕਦਾ। ਸੋ ਕੁਐਸਚਨ ਦੀ ਜਿਹੜੀ ਫਾਰਮ ਆ, ਵਰਡਿੰਗ ਆ, ਉਹ ਚੇਂਜ ਹੋ ਸਕਦੀ ਆ। ਕਲੀਅਰ ਹੋ ਗਿਆ। ਸੋ ਬੱਚੇ ਇਹ 2 ਕੁਐਸਚਨਸ ਆ ਜਿਹੜੇ ਕਿ ਮੋਸਟ ਇੰਪੋਰਟੈਂਟ ਆ। Equation of continuity is not so important, but Bernoulli's theorem is the most important. Next question है drive an ancient formula for the rising of liquid in a capillary tube and discuss the result obtained. This is also most important question. So ਬੱਚੇ ਇਹ ਵੀ question ਜਿਹੜਾ ਆ ਉਹ 2 ਤਰੀਕੇ ਨਾਲ ਆ ਸਕਦਾ। ਸਿੰਪਲ ਵਰਡਿੰਗ ਦੇ ਵਿੱਚ ਆਵੇ ਤਾਂ ancient formula ਜਿਹੜਾ ਤੁਸੀਂ ਡਰਾਈਵ ਕਰਨਾ, ਜਾਂ ਫਿਰ question ਇਸ ਤਰੀਕੇ ਨਾਲ ਆ ਜਾਂਦਾ ਆ show that a liquid having density rho, angle of contact theta, surface tension T, rising in a capillary tube of radius r and height h. So ਇਸ ਤਰੀਕੇ ਨਾਲ ਵੀ ਜਿਹੜਾ ਇਹ ਕੁਐਸਚਨ ਆ ਸਕਦਾ। ਸੋ ਦਿਸ ਇਜ਼ ਆਲਸੋ ਮੋਸਟ ਇੰਪੋਰਟੈਂਟ ਕੁਐਸਚਨ ਜਿਹੜਾ ਤੁਸੀਂ ਇਹ ਕਹਿ ਸਕਦੇ ਆ 70 to 80% ਤੁਹਾਡੇ ਐਗਜ਼ਾਮ ਦੇ ਅੰਦਰ 5 ਮਾਰਕਸ ਦਾ ਕੁਐਸਚਨ ਜਿਹੜਾ ਆ ਪੁੱਛਿਆ ਜਾ ਸਕਦਾ ਆ। ਇਸ ਤੋਂ ਇਲਾਵਾ ਬੱਚੇ 3 ਕੁਐਸਚਨਸ ਹੋ ਚੁੱਕੇ ਆ। 4th ਕੁਐਸਚਨ ਦੇਖੋ, ਡਰਾਈਵ ਐਨ ਐਕਸਪ੍ਰੈਸ਼ਨ ਫॉर ਐਕਸੈਸ ਪ੍ਰੈਸ਼ਰ ਇਨਸਾਈਡ ਅ ਲਿਕੁਇਡ ਡ੍ਰੌਪ। ਸੋ ਦਿਸ ਇਜ਼ ਆਲਸੋ ਇੰਪੋਰਟੈਂਟ ਟੌਪਿਕ, ਇੰਪੋਰਟੈਂਟ ਕੁਐਸਚਨ। ਇਹ ਵੀ ਬੱਚੇ 70 to 80% ਚਾਂਸਿਸ ਹੈ ਕਿ ਤੁਹਾਡੇ ਐਗਜ਼ਾਮ ਦੇ ਅੰਦਰ 5 ਮਾਰਕਸ ਦਾ ਕੁਐਸਚਨ ਪੁੱਛਿਆ ਜਾ ਸਕਦਾ ਹੈ। ਇਹੀ ਕੁਐਸਚਨ ਬੱਚੇ ਇਸ ਫਾਰਮ ਦੇ ਵਿੱਚ ਵੀ ਪੁੱਛਿਆ ਜਾ ਸਕਦਾ ਆ। ਡਰਾਈਵ define excess pressure, drive an expression for the excess pressure inside a spherical soap bubble of radius r. So ਬੱਚੇ ਇਹ ਹੋ ਗਿਆ ਤੁਹਾਡਾ 4th question and 5th question ਆ find the excess pressure inside a soap bubble. ਜੀ next question ਦੇਖੋ, question number 6 define coefficient of viscosity
state its SI unit and CGS system, then its dimension। सो बच्चे ये बहुत रेयर चांसिस आ कि 5 मार्क्स के क्वेश्चन पूछा जा सकता है, अदरवाइज ये 3 मार्क्स का क्वेश्चन है। जो 5 मार्क्स का क्वेश्चन है दैट इज डिफाइन कोफिशिएंट ऑफ विस्कोसिटी, इट्स SI यूनिट एंड टर्मिनल वेलोसिटी ऑफ द स्फेरिकल बॉडी फॉलिंग थ्रू अ विस्कस लिक्विड ड्राइव एंड अ फॉर्मूला दिस। ਇਹਦਾ मतलब टर्मिनल वेलोसिटी ਦਾ ਬੱਚੇ ਤੁਸੀਂ ਪ੍ਰੋਪਰ ਜਿਹੜੀ ਆ ਡੈਰੀਵੇਸ਼ਨ ਡਰਾइव करनी आ। सो ये आ गया क्वेश्चन नंबर 6। ठीक है, क्वेश्चन नंबर 5 तक आप डिस्कस कर चुके सी। क्वेश्चन नंबर 5 था बच्चे टर्मिनल वेलोसिटी। सो इस तरीके ना सिंपल क्वेश्चन भी आ सकता, व्हाट डू यू मीन बाय द टर्मिनल वेलोसिटी, ड्राइव एन एक्सप्रैशन फॉर इट। सो ये हो गया बच्चे थोड़ा क्वेश्चन नंबर 6। सो इन्होंने 6 क्वेश्चन के विचों ही जोड़ा कह लो थोड़ा बच्चे 5 मार्क्स का लॉन्ग आर्टिकल बनेगा। ये 6 क्वेश्चन बच्चे जो अगर तुम अच्छे तरीके ना कर जाने, इन्होंने अगर कोई थोड़ा एक अद्धा क्वेश्चन डिफिकल्ट भी लगता तुम स्किप कर सकते हैं, क्योंकि 1+1 करके आएगा। मान लो एक आ गया बर्नौलीज थ्योरम, एक आ गया टर्मिनल वेलोसिटी, या फिर एक आ गया बर्नौलीज थ्योरम प्लस उहदे नाल आ गया थानू लिक्विड बबल। सो मान लो तुसी लिक्विड बबल नहीं करके गए सी तो इनू स्किप कर दो, तुसी बर्नौलीज थ्योरम कर सकते हैं। बट इदा ना होवे तुसी 2-3 क्वेश्चन थानू डिफिकल्ट लगते तुसी 2-3 छड्ड गए, क्योंकि 5 मार्क्स के क्वेश्चन बच्चे लिमिटेड ही आ। सो कोई भी क्वेश्चन ट्राई करो कि स्किप ना करके जाओ, उहदे बारे पढ़ के जरूर जाओ। क्लीयर हो गया। सो इस तो इलावा बच्चे एक बार आप सिलेबस देख लैंने आ। सो बच्चे सिलेबस तुसी चैक कर सकते हैं। प्रैशर ड्यू टू अ फ्लूइड जिहड़ा आ पास्कल्स लॉ बच्चे 5 मार्क्स का लॉन्ग क्वेश्चन नहीं आ सकता, बट हाँ पास्कल्स लॉ बच्चे 1 मार्क्स की डेफिनेशन अलग तो पूछी जा सकती है, 2 मार्क्स का जिहड़ा आ हाइड्रोलिक लिफ्ट पूछी जा सकती है, तो 2 मार्क्स की हाइड्रोलिक ब्रेक पूछी जा सकती है। इदा करके जिहड़ा आ 5 मार्क्स का क्वेश्चन ये बन सकता है। क्लीयर हो गया। सो टर्मिनल वेलोसिटी असीं ऑलरेडी दस चुके हैं, स्ट्रीमलाइन एंड टर्बूलेंट फ्लो जिहड़ा आ असीं दस चुके हैं भी इंपॉर्टेंट आ। बर्नौलीज थ्योरम तो बच्चे मोस्ट इंपॉर्टेंट आ, तुसी बर्नौलीज थ्योरम बिल्कुल नहीं छड्ड के जानी, टर्मिनल वेलोसिटी जिहड़ी आ बिल्कुल भी छड्ड के नहीं जानी। दैन एक्सैस प्रैशर ऑफ अ लिक्विड जिहड़ा है, एक्सैस ऑफ प्रैशर जिहड़ा बच्चे 2 तरह के आर्टिकल आ, एक लिक्विड बबल के अंदर और एक लिक्विड एक सिंपल बबल के अंदर, सोप बबल के अंदर और एक लिक्विड बबल के अंदर। सो अपने क्लास टीचर के अकॉर्डिंगली बच्चे पढ़ के जाना कि उन्होंने किहड़ा जिहड़ा आर्टिकल करवाया। कुछ एक टीचर जिहड़े आ लिक्विड बबल आ वो स्किप कर देंगे आ, सिर्फ सोप बबल करवाते हैं, क्योंकि सिलेबस के अंदर प्रॉपर मैंशन नहीं आ तुसी किहड़ा वाला आर्टिकल करवाना। क्लीयर हो गया। सो अपने स्कूल टीचर के बच्चे अकॉर्डिंगली करके जाना। अगर उन्होंने लिक्विड बबल नहीं करवाया है तो मतलब तुसी वो आर्टिकल नहीं करके जाना। क्लीयर हो गया। सो नेक्स्ट आ जाओ बच्चे एप्लीकेशन ऑफ सरफेस टेंशन हो गया, ये जड़े 1 एंड 2 मार्क्स के क्वेश्चन ही बनते हैं। क्लीयर हो गया राजे। सो आई होप कि 5 मार्क्स से थोड़ा अच्छी तरीके ना क्लीयर हो गए होंगे कि असी 5 मार्क्स के किहड़े क्वेश्चन जड़े प्रिपेयर करके जाने आ। सो हुण देखते हैं बच्चे आप 3 मार्क्स के क्वेश्चन। हुण देख लो राजे 3 मार्क्स के क्वेश्चन आएंगे। 8th चैप्टर है ग्रेविटेशन, ये 1 थियोरी क्वेश्चन आएगा एंड 1 न्यूमैरिकल आएगा। उस तो बाद थर्मोडायनमिक्स के जोड़ा 3 मार्क्स का क्वेश्चन आएगा, ये एक थियोरी क्वेश्चन आएगा और एक न्यूमैरिकल आएगा। सिमिलरली 14th चैप्टर आ ऑसीलेशन, ये बच्चे 2 थियोरी के क्वेश्चन आएंगे, दोनों जोड़ा तुसी कोई एक जोड़ा क्वेश्चन करके आना। सो 5 मार्क्स के क्वेश्चन तो बाद बच्चे आप हुण डिस्कस करन जा रहे हैं 3 मार्क्स के क्वेश्चन। सो आप डिस्कस करांगे ग्रेविटेशन बारे। ग्रेविटेशन दे विचों बच्चे 3 मार्क्स का जोड़ा एक थियोरी क्वेश्चन आएगा और एक न्यूमैरिकल आएगा। सब तो पहला आप देख लैंदे हां सिलेबस। हुण सिलेबस के विच बच्चे तुसीं देख सकते हैं, पहला आप इत्थों एक बारी देख लैंदे। दैन कैपिलरी ट्यूब ऑफ अ प्लैनेटरी मोशन बच्चे 3 मार्क्स का क्वेश्चन जोड़ा आ सकता, बट बहुत रेयर चांसिस आ कि 3 मार्क्स का क्वेश्चन फुल फ्लैश्ड पूछा जाए। नैक्सट आ जाओ एक्सेलरेशन ड्यू टू ग्रेविटी के बच्चे 2 आर्टिकल्स आ, इट्स वेरिएशन विद एल्टीट्यूड एंड डेप्थ। मतलब कि 3 मार्क्स का क्वेश्चन बच्चे पूछा जा सकता है एल्टीट्यूड वाला, और 3 मार्क्स का क्वेश्चन जोड़ा डेप्थ वाला पूछा जा सकता। क्लीयर हो गया, मतलब 3 क्वेश्चन ये हो गए। नैक्सट आ जाओ ग्रेविटेशनल पोटेंशियल एनर्जी का बच्चे 3 मार्क्स का आर्टिकल बनता है। नैक्सट ग्रेविटेशनल पोटेंशियल का 3 मार्क्स का आर्टिकल बनता है। नैक्सट एस्केप वेलोसिटी का 3 मार्क्स का आर्टिकल बनता है। लास्ट वन इज अ ऑर्बिटल वेलोसिटी ऑफ अ सैटेलाइट बच्चे ये भी जड़ा 3 मार्क्स का क्वेश्चन बनता है। सो देखा जाए तो बच्चे इस चैप्टर के विचों ऑलमोस्ट जिन्ने भी आर्टिकल्स आ वो मोस्टली 3 मार्क्स के ही आर्टिकल्स बनते हैं। ये इंपॉर्टेंट आ सारे आर्टिकल्स बच्चे बहुत ईजी आ, सिंपल है। और देखा जाए तो बच्चे 7 क्वेश्चन आ, ये टोटल किन्ने क्वेश्चन आ 7 क्वेश्चन आ। ये 7 क्वेश्चन अगर अच्छे
ਤੁਸੀਂ ਅੱਛੇ ਤਰੀਕੇ ਨਾਲ ਬੱਚੇ ਕਰ ਲੈਂਦੇ ਆ ਦੈਨ ਕਹਿ ਲਓ ਤੁਹਾਡੇ 3 ਮਾਰਕਸ ਪੱਕੇ ਆ। ਅਗਰ ਤੁਹਾਨੂੰ ਨੂਮੈਰੀਕਲਸ ਕਰਨੇ ਬੱਚੇ ਡਿਫਿਕਲਟ ਲੱਗਦੇ ਆ, ਕਿਉਂਕਿ ਅਗਰ ਤੁਸੀਂ ਨੂਮੈਰੀਕਲ ਸਕਿਪ ਕਰਕੇ ਜਾ ਰਹੇ ਹੋ, ਨੂਮੈਰੀਕਲ ਬਿਲਕੁਲ ਨਹੀਂ ਛੱਡ ਕੇ ਜਾ ਰਹੇ, ਤਾਂ ਤੁਹਾਨੂੰ ਪੂਰਾ ਚੈਪਟਰ ਪੂਰੇ ਕੁਐਸਚਨਸ ਬਹੁਤ ਜ਼ਿਆਦਾ ਅੱਛੇ ਤਰੀਕੇ ਨਾਲ ਪ੍ਰਪੇਅਰ ਕਰਨੇ ਪੈਣਗੇ। ਸੋ ਇੱਕ ਵਾਰੀ ਬੱਚੇ ਕੁਐਸਚਨਸ ਚੈੱਕ ਕਰ ਲੈਂਦੇ ਆ ਕਿ ਕੁਐਸਚਨ ਕਿਸ ਫਾਰਮ ਦੇ ਵਿੱਚ ਆਉਂਦੇ ਆ। ਸੋ ਰਾਜੇ ਫਰਸਟ ਕੁਐਸਚਨ ਆ, ਸਟੇਟ ਕੈਪਿਲਰੀਜ਼ ਲਾਅ ਆਫ ਪਲੈਨੇਟਰੀ ਮੋਸ਼ਨ ਐਂਡ ਡਿਡਿਊਟ ਨਿਊਟਨਸ ਲਾਅ ਆਫ ਗ੍ਰੈਵਿਟੇਸ਼ਨ ਫਰੋਮ ਕੈਪਿਲਰੀ ਲਾਅ। ਸੋ ਬੱਚੇ ਇਹ ਇੱਕ ਆਰਟੀਕਲ ਹੈ। ਨੈਕਸਟ ਆ, ਡਿਫਾਈਨ ਨਿਊਟਨਸ ਲਾਅ ਆਫ ਗ੍ਰੈਵਿਟੇਸ਼ਨ ਐਂਡ ਡਿਫਾਈਨ ਯੂਨੀਵਰਸਲ ਗ੍ਰੈਵਿਟੇਸ਼ਨ ਕੌਂਸਟੈਂਟ। ਸੋ ਬੱਚੇ 3 ਮਾਰਕਸ ਦਾ ਬਹੁਤ ਰੇਅਰ ਚਾਂਸਿਸ ਆ ਕਿ ਇਸ ਤਰੀਕੇ ਨਾਲ ਜਿਹੜਾ ਕੁਐਸਚਨ ਪੁੱਛਿਆ ਜਾਵੇ। ਦੈਨ ਐਸਆਈ ਯੂਨਿਟ ਆਫ ਗ੍ਰੈਵਿਟੇਸ਼ਨ ਕੌਂਸਟੈਂਟ ਕੀ ਆ, ਤੁਸੀਂ ਦੇਖ ਸਕਦੇ ਬੱਚੇ ਏ ਬੀ ਕਰਕੇ ਪੋਰਸ਼ਨ ਕਰਕੇ ਇਹ ਕੁਐਸਚਨ ਬਣਿਆ ਹੋਇਆ। ਇਹਦਾ ਮਤਲਬ ਹਾਰਡਲੀ ਜਿਹੜਾ ਆ 2 ਮਾਰਕਸ ਦਾ ਇਹ ਕੁਐਸਚਨ ਹੋ ਸਕਦਾ, ਸੌਰੀ 1.5 ਮਾਰਕਸ ਦਾ ਇਹ ਕੁਐਸਚਨ ਹੋ ਸਕਦਾ, ਤਾਂ 1.5 ਮਾਰਕਸ ਦਾ ਇਹ ਕੁਐਸਚਨ ਹੋ ਸਕਦਾ। ਸੋ ਰੇਅਰ ਚਾਂਸਿਸ ਆ ਬੱਚੇ ਏ ਬੀ ਪੋਰਸ਼ਨ ਬਣ ਕੇ ਆਉਣ ਪੰਜਾਬ ਬੋਰਡ ਦੇ ਵਿੱਚ, ਠੀਕ ਹੈ। ਸੋ ਨੈਕਸਟ ਦੇਖੋ, ਐਕਸਪਲੇਨ ਹਾਊ ਦ ਵੈਲਿਊ ਆਫ ਜੀ ਚੇਂਜ ਵਿਦ ਐਲਟੀਟਿਊਡ। ਐਲਟੀਟਿਊਡ ਮਤਲਬ ਹਾਈਟ ਵਾਲਾ ਆਰਟੀਕਲ, ਠੀਕ ਹੈ। ਜਾਂ ਫਿਰ ਇੱਕ ਕੁਐਸਚਨ ਬੱਚੇ ਇਸ ਫਾਰਮ ਦੇ ਵਿੱਚ ਵੀ ਆ ਸਕਦਾ ਆ, ਇਸ ਤਰੀਕੇ ਨਾਲ ਵੀ ਆ ਸਕਦਾ ਜਾਂ ਇਸ ਤਰੀਕੇ ਨਾਲ ਵੀ ਪੁੱਛਿਆ ਜਾ ਸਕਦਾ। ਵਟ ਡੂ ਯੂ ਮੀਨ ਬਾਈ ਐਕਸਲਰੇਸ਼ਨ ਡਿਊ ਟੂ ਗ੍ਰੈਵਿਟੀ, ਹਾਊ ਇਟ ਵੇਰੀਜ਼ ਵਿਦ ਹਾਈਟ। ਸੋ ਬੱਚੇ ਆ 3 ਮਾਰਕਸ ਦਾ ਕੁਐਸਚਨ ਹੈ, ਮੋਸਟ ਇੰਪੋਰਟੈਂਟ ਕੁਐਸਚਨ ਹੈ, ਧਿਆਨ ਨਾਲ ਪ੍ਰਪੇਅਰ ਕਰ ਲੈਣਾ। ਨੈਕਸਟ ਆ, ਵਟ ਡੂ ਯੂ ਮੀਨ ਬਾਈ ਐਕਸਲਰੇਸ਼ਨ ਡਿਊ ਟੂ ਗ੍ਰੈਵਿਟੀ, ਹਾਊ ਡਜ਼ ਐਕਸਲਰੇਸ਼ਨ ਡਿਊ ਟੂ ਗ੍ਰੈਵਿਟੀ ਵੇਰੀਜ਼ ਵਿਦ ਡੈਫਥ। ਡੈਫਥ ਮਤਲਬ ਡੂੰਘਾਈ ਦੇ ਵਿੱਚ ਜਦੋਂ ਜਾਂਦੇ ਆ, ਜਿਹੜਾ h-x ਅਸੀਂ ਲਿਖਦੇ ਹਾਂ, ਤਾਂ ਉਹ ਜਿਹੜਾ ਵੇਰੀ ਕਿਸ ਤਰੀਕੇ ਨਾਲ ਕਰਦਾ। ਸੋ ਇਹ ਵੀ ਬੱਚੇ ਇੰਪੋਰਟੈਂਟ ਕੁਐਸਚਨ ਹੈ। ਸੋ ਇਹ ਸੀ ਬੱਚੇ ਤੁਹਾਡੇ ਨੈਕਸਟ 2 ਇੰਪੋਰਟੈਂਟ ਕੁਐਸਚਨ। ਇਹ ਵਾਲੇ ਕੁਐਸਚਨ ਬੱਚੇ ਤੁਸੀਂ ਅੱਛੇ ਤਰੀਕੇ ਨਾਲ ਜਿਹੜਾ ਆ ਪ੍ਰਪੇਅਰ ਕਰਨੇ ਆ। ਇਸ ਤੋਂ ਇਲਾਵਾ ਆਪਾਂ ਦੇਖਦੇ ਹਾਂ, define escape velocity, obtain an expression for the escape velocity of a body from the surface of the earth. This is the most important question. ਸੋ ਬੱਚੇ ਮੰਨ ਕੇ ਚੱਲੋ ਕਿ ਇਹ ਜੋ ਕੁਐਸਚਨ ਆ ਤੁਹਾਡੇ ਐਗਜ਼ਾਮ ਦੇ ਵਿੱਚ 80 to 90% ਚਾਂਸਿਸ ਹੈ ਕਿ escape velocity ਵਾਲਾ ਜੋ ਆਰਟੀਕਲ ਆ ਤੁਹਾਡੇ ਐਗਜ਼ਾਮ ਦੇ ਵਿੱਚ ਪੁੱਛ ਲਿਆ ਜਾਵੇ। ਸੋ ਬੱਚੇ ਕੇਅਰਫੁਲੀ ਇਹਨੂੰ ਪੜ੍ਹ ਕੇ ਜਾਣਾ। 80 to 90% ਬੱਚੇ ਚਾਂਸਿਸ ਆ escape velocity ਦੇ। ਸੋ ਮੈਂ ਟਰਾਈ ਕਰਾਂਗੀ ਬੱਚੇ 6th ਯੂਨਿਟ ਦਾ ਜਿਹੜਾ ਲਿੰਕ ਹੈ ਉਹ ਪੂਰੀ ਦੀ ਪੂਰੀ ਪਲੇਲਿਸਟ ਜਿਹੜੀ ਆ ਡਿਸਕ੍ਰਿਪਸ਼ਨ ਦੇ ਅੰਦਰ ਡਾਲ ਦਿਆਂ, ਤਾਂ ਤੁਸੀਂ ਜਿਹੜਾ ਕੁਐਸਚਨ ਆ ਆਪਣੀ ਜਿਹੜੀ ਆ ਲੈਕਚਰ ਆ, ਜਿਹੜਾ ਤੁਹਾਡਾ ਹਲੇ ਤੱਕ ਲੈਕਚਰ ਪ੍ਰਪੇਅਰ ਨਹੀਂ ਹੋਇਆ ਜਾਂ ਫਿਰ ਜਿਹੜੇ ਮੋਸਟ ਇੰਪੋਰਟੈਂਟ ਲੈਕਚਰਸ ਆ ਉਹ ਅੱਛੇ ਤਰੀਕੇ ਨਾਲ ਅਟੈਂਡ ਕਰ ਸਕੋ, ਤਾਂ ਕਿ ਤੁਹਾਡੇ ਪੇਪਰ ਦੇ ਵਿੱਚ ਉਹ ਮਾਰਕਸ ਅੱਛੇ ਆ ਜਾਣ। ਨੈਕਸਟ ਆ ਜਾਓ, ਡਿਫਾਈਨ ਔਰਬਿਟਲ ਵੈਲੋਸਿਟੀ ਐਂਡ ਟਾਈਮ ਪੀਰੀਅਡ ਆਫ ਅ ਸੈਟੇਲਾਈਟ, ਡਰਾਈਵ ਐਕਸਪ੍ਰੈਸ਼ਨ ਫॉर ਇਟ। ਹੁਣ ਬੱਚੇ ਧਿਆਨ ਨਾਲ ਦੇਖੋ, ਇਹ ਕੁਐਸਚਨ ਕੀ ਆ, ਔਰਬਿਟਲ ਵੈਲੋਸਿਟੀ ਤੁਸੀਂ ਡਿਫਾਈਨ ਕਰਨੀ ਆ, ਪੂਰਾ ਆਰਟੀਕਲ ਸੋਲਵ ਕਰਨਾ ਆ। ਉਸ ਤੋਂ ਬਾਅਦ ਟਾਈਮ ਪੀਰੀਅਡ ਵਾਲਾ ਜੋ ਆਰਟੀਕਲ ਹੈ, ਸਿਰਫ ਟਾਈਮ ਪੀਰੀਅਡ। ਔਰਬਿਟਲ ਦੇ ਅੰਦਰ ਬੱਚੇ ਬਹੁਤ ਸਾਰੇ ਜਿਹੜੇ ਅਸੀਂ ਪੁਆਇੰਟਸ ਕੀਤੇ ਸੀ, ਟਾਈਮ ਪੀਰੀਅਡ ਕੀਤਾ, ਹਾਈਟ ਕੀਤੀ, એનર્ਜੀ ਕੀਤੀ, ਸੋ ਅਲੱਗ-ਅਲੱਗ ਜਿਹੜੇ ਆ ਪੁਆਇੰਟਸ ਕੀਤੇ। ਇੱਥੇ ਇਹਨਾਂ ਨੇ ਸਿਰਫ ਟਾਈਮ ਪੀਰੀਅਡ ਪੁੱਛਿਆ, ਇਟ ਮੀਨਸ ਕਿ ਤੁਸੀਂ ਸਿਰਫ ਔਰ ਸਿਰਫ ਟਾਈਮ ਪੀਰੀਅਡ ਹੀ ਸੋਲਵ ਕਰਕੇ ਆਉਂਗੇ। ਕਲੀਅਰ ਹੋ ਗਿਆ। ਸੋ ਬੱਚੇ ਇਹ ਵੀ ਇੰਪੋਰਟੈਂਟ ਕੁਐਸਚਨ ਆ। ਜਾਂ ਇਹ ਕੁਐਸਚਨ ਇਸ ਤਰੀਕੇ ਨਾਲ ਵੀ ਆ ਸਕਦਾ, ਡਿਫਾਈਨ ਔਰਬਿਟਲ ਵੈਲੋਸਿਟੀ, ਡਰਾਈਵ ਐਨ ਐਕਸਪ੍ਰੈਸ਼ਨ ਫॉर ਦ ਔਰਬਿਟਲ ਵੈਲੋਸਿਟੀ ਫॉर ਸੈਟੇਲਾਈਟ। ਨੈਕਸਟ ਆ ਬੱਚੇ, ਜਿੱਦਾਂ ਉਹਨਾਂ ਨੇ ਟਾਈਮ ਪੀਰੀਅਡ ਵੀ ਪੁੱਛਿਆ ਨਾਲ ਹਾਈਟ ਵੀ ਪੁੱਛੀ ਆ। ਅਗਰ ਰਾਜੇ ਇੰਨਾ ਲੌਂਗ ਕੁਐਸਚਨ ਆਉਂਦਾ ਤਾਂ ਇਹ 5 ਮਾਰਕਸ ਦਾ ਕੁਐਸਚਨ ਬਣਦਾ, ਬਟ ਸੈਕਿੰਡ ਟਰਮ ਦੇ ਵਿੱਚ ਤੁਹਾਡਾ 5 ਮਾਰਕਸ ਦਾ ਕੁਐਸਚਨ ਨਹੀਂ ਆਏਗਾ, 3 ਦਾ ਆਏਗਾ। ਇਹਦਾ ਮਤਲਬ ਜਾਂ ਤਾਂ ਟਾਈਮ ਪੀਰੀਅਡ ਪੁੱਛਿਆ ਜਾਏਗਾ ਜਾਂ ਫਿਰ ਹਾਈਟ ਪੁੱਛੀ ਜਾਏਗੀ। ਨੈਕਸਟ ਆ, what are geostationary satellite, calculate the height of the orbit about the surface of earth in which the satellite is placed will appear stationary। ਸੋ ਬੱਚੇ geostationary satellite ਦਾ ਕੁਐਸਚਨ ਜਿਹੜਾ ਤੁਹਾਡੇ ਐਗਜ਼ਾਮ ਦੇ ਅੰਦਰ ਪੁੱਛਿਆ ਜਾ ਸਕਦਾ, ਬਟ ਰੇਅਰ ਚਾਂਸਿਸ ਆ ਕਿ ਇਹ ਪੁੱਛਿਆ ਜਾਵੇ। ਕਲੀਅਰ ਹੋ ਗਿਆ ਜੀ। ਸੋ ਨੈਕਸਟ ਆ ਜੋ, ਡਿਫਾਈਨ ਗ੍ਰੈਵਿਟੇਸ਼ਨਲ ਫੀਲਡ ਐਂਡ ਡਰਾਈਵ ਐਨ ਐਕਸਪ੍ਰੈਸ਼ਨ ਫॉर ਗ੍ਰੈਵਿਟੇਸ਼ਨਲ ਫੀਲਡ ਇੰਟੈਂਸਿਟੀ। ਸੋ ਰਾਜੇ ਇਹ ਵੀ 3 ਮਾਰਕਸ ਦਾ ਕੁਐਸਚਨ ਜਿਹੜਾ ਆ ਤੁਹਾਡੇ ਐਗਜ਼ਾਮ ਦੇ ਅੰਦਰ ਪੁੱਛਿਆ ਜਾ ਸਕਦਾ। ਨੈਕਸਟ ਆਰਟੀਕਲ ਹੈ, ਡਿਫਾਈਨ ਗ੍ਰੈਵਿਟੇਸ਼ਨਲ ਪੋਟੈਂਸ਼ੀਅਲ એનર્ਜੀ। ਬੱਚੇ ਗ੍ਰੈਵਿਟੇਸ਼ਨਲ ਫੀਲਡ ਵਾਲਾ ਆਰਟੀਕਲ ਅਲੱਗ ਹੈ ਔਰ ਗ੍ਰੈਵਿਟੇਸ਼ਨਲ ਪੋਟੈਂਸ਼ੀਅਲ એનર્ਜੀ ਵਾਲਾ ਜੋ ਆਰਟੀਕਲ ਹੈ ਉਹ ਅਲੱਗ ਹੈ। ਬਹੁਤ ਸਲਾਈਟਲੀ ਜਿਹਾ ਫਰਕ ਹੈ ਇਹਦੇ ਵਿੱਚ। ਇੱਕ ਵਿੱਚ ਆਏਗਾ 0 to ਇਨਫਿਨਿਟੀ, ਇੱਕ ਆਏਗਾ ਇਨਫਿਨਿਟੀ to 0। ਸੋ ਛੋਟੀ ਜਿਹੀ ਕਹਿ ਲਓ ਮਿਸਟੇਕ, ਬਾਕੀ ਸਾਰੀ ਡੈਰੀਵੇਸ਼ਨ ਸੇਮ ਆ, ਸਿਰਫ ਜਿਹੜੀ ਇੰਟੀਗ੍ਰੇਸ਼ਨ ਲੈਣ ਦਾ ਤਰੀਕਾ ਆ ਉਹ ਅਲੱਗ-ਅਲੱਗ ਆ। ਸੋ ਅਗਰ ਤੁਸੀਂ ਇਹ ਛੋਟੀ ਜਿਹੀ ਮਿਸਟੇਕ ਵੀ ਕਰਕੇ ਆਉਂਦੇ ਆ ਤਾਂ ਆਰਟੀਕਲ ਤੇ ਪੂਰੇ ਤੇ ਕ੍ਰਾਸ ਵੱਜ ਜਾਣਾ। ਇਸ ਕਰਕੇ ਜਦੋਂ ਤੁਸੀਂ ਆਰਟੀਕਲ ਕਰੋਗੇ ਕੇਅਰਫੁਲੀ ਅਟੈਂਪਟ ਕਰਕੇ ਆਉਣਾ। ਲਾਸਟ ਵਿੱਚ ਆ, ਡਿਫਾਈਨ ਗ੍ਰੈਵਿਟੇਸ਼ਨਲ ਪੋਟੈਂਸ਼ੀਅਲ ਐਂਡ ਡਰਾਈਵ ਐਕਸਪ੍ਰੈਸ਼ਨ ਫॉर ਇਟ। ਸੋ ਗ੍ਰੈਵਿਟੇਸ਼ਨ ਪੋਟੈਂਸ਼ੀਅਲ ਮਤਲਬ ਸਿੰਪਲ ਆਰਟੀਕਲ ਹੈ ਇਹ ਵੀ।
ਸੋ ਰਾਜੇ ਇਹ ਇੱਕ ਇੰਪੋਰਟੈਂਟ ਕੁਐਸਚਨਸ ਆ ਜਿਹੜੇ ਕਿ ਤੁਹਾਡੇ ਐਗਜ਼ਾਮ ਦੇ ਅੰਦਰ ਆ ਸਕਦੇ ਆ ਇਸ ਫਾਰਮ ਦੇ ਅੰਦਰ। ਸਿਰਫ ਇੰਨੇ ਕੁਐਸਚਨ ਅਗਰ ਤੁਸੀਂ ਪ੍ਰਿਪੇਅਰ ਕਰਕੇ ਜਾਂਦੇ ਆ 7 ਕੁਐਸਚਨਸ ਆ ਰਾਜੇ 7 ਕੁਐਸਚਨ ਤੁਸੀਂ ਅੱਛੀ ਤਰੀਕੇ ਨਾਲ ਪ੍ਰਿਪੇਅਰ ਕਰਕੇ ਜਾਂਦੇ ਆ ਤਾਂ ਤੁਹਾਡਾ 3 ਮਾਰਕਸ ਦਾ ਕੁਐਸਚਨ 100% ਸ਼ੋਰ ਹੈ ਕਿ ਤੁਹਾਡਾ ਹੋ ਜਾਏਗਾ। ਅਗਰ ਇਸ ਤੋਂ ਇਲਾਵਾ ਹੋਰ ਤੁਹਾਡਾ ਆਏਗਾ ਨੂਮੈਰੀਕਲ। ਹੁਣ ਆਪਾਂ ਇੱਕ ਵਾਰੀ ਨੂਮੈਰੀਕਲ ਬੱਚੇ ਦੇਖ ਲੈਂਦੇ ਆ। ਨੂਮੈਰੀਕਲ ਦੀ ਬੱਚੇ ਇੱਕ ਅਲੱਗ ਤੋਂ ਵੀਡੀਓ ਬਣਾ ਦਿੱਤੀ ਜਾਏਗੀ ਕਿਉਂਕਿ ਨੂਮੈਰੀਕਲ ਉਹਦੇ ਵਿੱਚ ਹਲਕੇ ਫੁਲਕੇ ਐਕਸਪਲੇਨ ਵੀ ਕਰ ਦਿਆਂਗੀ। ਸੋ ਇਹਦੇ ਵਿੱਚ ਸਿਰਫ ਆਰਟੀਕਲਸ ਹੀ ਡਿਸਕਸ ਕਰ ਰਹੀ ਹਾਂ, ਠੀਕ ਹੈ। ਹੁਣ ਨੈਕਸਟ ਚੈਪਟਰ ਡਿਸਕਸ ਕਰਦੇ ਹਾਂ। ਨੈਕਸਟ ਦੇਖੋ ਬੱਚੇ 3 ਮਾਰਕਸ ਦਾ ਕੁਐਸਚਨ ਆਏਗਾ ਥਰਮੋਡਾਇਨਮਿਕਸ ਦੇ ਵਿੱਚੋਂ, ਆਏਗਾ ਥਰਮੋਡਾਇਨਮਿਕਸ ਦੇ ਵਿੱਚੋਂ। ਸੋ ਆਪਾਂ ਹੁਣ ਥਰਮੋਡਾਇਨਮਿਕਸ ਦਾ ਇੱਕ ਵਾਰ ਸਿਲੇਬਸ ਚੈੱਕ ਕਰ ਲੈਂਦੇ ਹਾਂ। ਸੋ ਬੱਚੇ ਥਰਮੋਡਾਇਨਮਿਕਸ ਦਾ ਸਿਲੇਬਸ ਤੁਸੀਂ ਦੇਖ ਸਕਦੇ ਆ। ਇਹਦੇ ਵਿੱਚ ਆ ਥਰਮਲ ਇਕੁਇਲਿਬਰੀਅਮ ਐਂਡ ਡੈਫੀਨੇਸ਼ਨ ਆਫ ਟੈਂਪਰੇਚਰ ਜੋ ਕਿ 3 ਮਾਰਕਸ ਦਾ ਕੁਐਸਚਨ ਨਹੀਂ ਬਣ ਸਕਦਾ। ਦੈਨ ਹੀਟ ਵਰਕ ਇੰਟਰਨਲ એનર્ਜੀ ਇਹ ਸਾਰੀਆਂ ਬੱਚੇ 1 ਮਾਰਕਸ ਦੀਆਂ ਡੈਫੀਨੇਸ਼ਨ ਆ। ਦੈਨ ਫਰਸਟ ਲਾਅ ਆਫ ਥਰਮੋਡਾਇਨਮਿਕਸ ਵੀ ਜਿਹੜੀ ਆ ਉਹ 1 ਜਾਂ 2 ਮਾਰਕਸ ਦਾ ਕੁਐਸਚਨ ਹੈ। ਹੁਣ 3 ਮਾਰਕਸ ਦਾ ਕੁਐਸਚਨ ਕੀ ਬਣਦਾ ਆ ਆਈਸੋਥਰਮਲ ਪ੍ਰੋਸੈਸ ਜਾਂ ਐਡੀਆਬੈਟਿਕ ਪ੍ਰੋਸੈਸ। ਆਈਸੋਥਰਮਲ ਪ੍ਰੋਸੈਸ ਬੱਚੇ 3 ਮਾਰਕਸ ਦਾ ਅਲੱਗ ਤੋਂ ਆਰਟੀਕਲ ਹੈ ਔਰ ਐਡੀਆਬੈਟਿਕ ਪ੍ਰੋਸੈਸ ਜਿਹੜਾ 3 ਮਾਰਕਸ ਦਾ ਅਲੱਗ ਤੋਂ ਆਰਟੀਕਲ ਜਿਹੜਾ ਆ ਬਣ ਸਕਦਾ ਆ। ਨੈਕਸਟ ਆ ਸੈਕੰਡ ਲਾਅ ਆਫ ਥਰਮੋਡਾਇਨਮਿਕਸ ਦੇ ਅੰਦਰ ਬੱਚੇ ਰਿਵਰਸੀਬਲ ਐਂਡ ਇਰਰਿਵਰਸੀਬਲ ਪ੍ਰੋਸੈਸ ਆਉਂਦੇ ਆ ਜਿਹੜੇ ਕਿ 1 ਐਂਡ 2 ਮਾਰਕਸ ਦੇ ਕੁਐਸਚਨ ਹੈ। ਨੈਕਸਟ ਆ ਹੀਟ ਇੰਜਨ। ਹੀਟ ਇੰਜਨ ਦੇ ਵਿੱਚ ਬੱਚੇ 2 ਆਰਟੀਕਲਸ ਹੈ। ਇੱਕ ਆ ਹੀਟ ਇੰਜਨ ਜੋ 3 ਮਾਰਕਸ ਦਾ ਬਣ ਸਕਦਾ, ਇੱਕ ਆ ਕਾਰਨੋਟਸ ਹੀਟ ਇੰਜਨ, ਠੀਕ ਹੈ ਜੀ। ਜੋ ਕਾਰਨੋਟ ਹੀਟ ਇੰਜਨ ਹੈ ਬੱਚੇ ਉਹ ਵੀ 3 ਮਾਰਕਸ ਦਾ ਕੁਐਸਚਨ ਬਣ ਸਕਦਾ। ਕਾਰਨੋਟ 3 ਜਿਹੜਾ ਹੀਟ ਇੰਜਨ ਆ ਰਾਜੇ ਫਰਦਰ 2 ਪਾਰਟਸ ਦੇ ਵਿੱਚ ਡਿਵਾਈਡ ਕੀਤਾ ਹੋਇਆ, ਕਾਰਨੋਟ ਹੀਟ ਇੰਜਨ ਔਰ ਇੱਕ ਹੈ ਰਾਜੇ ਉਹਦੀ ਸਾਈਕਲ, ਕਾਰਨੋਟ ਸਾਈਕਲ, ਮਤਲਬ ਕਿ ਜਿਹੜਾ ਤੁਸੀਂ ਪ੍ਰੋਪਰ ਇਸ ਤਰੀਕੇ ਨਾਲ ਗ੍ਰਾਫ ਬਣਾਉਂਦੇ ਆ ਉਹ ਵਾਲਾ। ਸੋ ਸਾਈਕਲ ਵਾਲਾ ਬੱਚੇ ਲੈਸ ਇੰਪੋਰਟੈਂਟ ਆਰਟੀਕਲ ਆ। ਆਈਸੋਥਰਮਲ ਪ੍ਰੋਸੈਸ, ਐਡੀਆਬੈਟਿਕ ਪ੍ਰੋਸੈਸ ਤੇ ਹੀਟ ਇੰਜਨ ਇਹ ਜ਼ਿਆਦਾ ਇੰਪੋਰਟੈਂਟ ਆਰਟੀਕਲਸ ਆ। ਦੈਨ ਰੈਫਰੀਜਰੇਟਰ ਬੱਚੇ ਰੈਫਰੀਜਰੇਟਰ ਜਿਹੜਾ ਆ ਹਾਰਡਲੀ 2 ਮਾਰਕਸ ਦਾ ਕੁਐਸਚਨ ਬਣ ਸਕਦਾ, ਬਟ ਮਾੜੀ ਕਿਸਮਤ ਦਾ ਪਤਾ ਨਹੀਂ ਹੁੰਦਾ ਕਿ ਇਹ ਵੀ 3 ਮਾਰਕਸ ਦਾ ਕੁਐਸਚਨ ਬਣ ਜਾਵੇ। ਸੋ ਇਹਨੂੰ ਵੀ ਇੱਕ ਵਾਰੀ ਪੜ੍ਹ ਲੈਣਾ। ਸੋ ਬੇਸਿਕਲੀ ਬੱਚੇ ਦੇਖਿਆ ਜਾਵੇ ਥਰਮੋਡਾਇਨਮਿਕਸ 'ਚ ਸਿਰਫ 4 ਹੀ ਇੱਦਾਂ ਦੇ ਕੁਐਸਚਨਸ ਆ ਜਿਹੜੇ ਕਿ 3 ਮਾਰਕਸ ਦੇ ਕੁਐਸਚਨ ਆ ਸਕਦੇ ਆ। ਬਾਕੀ ਰਾਜੇ ਤੁਹਾਡੀ ਕਲਾਸ ਟੀਚਰ 'ਤੇ ਡਿਪੈਂਡ ਕਰਦਾ ਆ। ਹੋ ਸਕਦਾ ਉਹ ਤੁਹਾਨੂੰ ABC ਜਿਹੜਾ ਸੈਕਸ਼ਨ ਪਾ ਦੇਣ। ਫॉर एग्जांपल ਕੁਐਸਚਨ ਨੰਬਰ 12 ਦਾ ਲਿਖ ਦੇਣ, A ਪੁਆਇੰਟ ਬਣਾ ਕੇ ਲਿਖ ਦੇਣ ਡਿਫਾਈਨ ਫਰਸਟ ਲਾਅ ਆਫ ਥਰਮੋਡਾਇਨਮਿਕਸ, B ਦਾ ਬਣਾ ਕੇ ਲਿਖ ਦੇਣ ਡਿਫਾਈਨ ਹੀਟ ਐਂਡ ਵਰਕ ਔਰ C ਬਣਾ ਕੇ ਲਿਖ ਦੇਣ ਡਿਫਰੈਂਸ ਬਿਟਵੀਨ ਇਰਰਿਵਰਸੀਬਲ ਐਂਡ ਅ ਰਿਵਰਸੀਬਲ ਪ੍ਰੋਸੈਸ। ਸੋ 3 ਸੈਕਸ਼ਨ ਬਣ ਸਕਦੇ ਆ 1 ਮਾਰਕਸ ਦੇ। ਇਸ ਤਰੀਕੇ ਨਾਲ ਕੁਐਸਚਨ ਅਗਰ ਆ ਜਾਵੇ ਤਾਂ ਉਹ ਡਿਫਰੈਂਟ ਗੱਲ ਹੈ। ਉਹ 1 ਮਾਰਕਸ ਦੇ ਕੁਐਸਚਨ ਵੀ ਬੱਚੇ ਇਸ ਤਰੀਕੇ ਨਾਲ ਆ ਸਕਦੇ ਆ, ਬਟ ਬਹੁਤ ਰੇਅਰ ਚਾਂਸਿਸ ਆ ਕਿ ਪੰਜਾਬ ਬੋਰਡ ਦੇ ਵਿੱਚ ਇਸ ਤਰੀਕੇ ਨਾਲ ਕੁਐਸਚਨ ਜਿਹੜੇ ਆ ਪੁੱਛੇ ਜਾਣ। ਸੋ ਕੋਵਿਡ ਦੀਆਂ ਕੰਡੀਸ਼ਨਸ ਚੱਲ ਰਹੀਆਂ ਰਾਜੇ, ਆਲਮੋਸਟ ਬੱਚਿਆਂ ਨੇ ਬਹੁਤ ਲਿਮਿਟਿਡ ਪੜ੍ਹਿਆ ਹੋਇਆ। ਸੋ ਆਈ ਹੋਪ ਕਿ ਜਿਸ ਤਰ੍ਹਾਂ ਮੈਂ ਸੋਚਦੀ ਹਾਂ ਵੀ ਬਾਕੀ ਫਿਜ਼ਿਕਸ ਦੇ ਟੀਚਰਸ ਵੀ ਇਸ ਤਰੀਕੇ ਨਾਲ ਹੀ ਸੋਚ ਰਹੇ ਹੋਣਗੇ, ਕਿਉਂਕਿ ਜਿੱਦਾਂ ਦੇ ਮੇਰੇ ਸਟੂਡੈਂਟਸ ਆ ਡੈਫੀਨੇਟਲੀ ਬਾਕੀ ਸਕੂਲਸ ਦੇ ਸਟੂਡੈਂਟਸ ਵੀ ਆਲਮੋਸਟ ਸੇਮ ਹੀ ਹੋਣਗੇ ਕਿ ਤੁਹਾਡੀ ਤਿਆਰੀ ਜਾਂ ਰਿਵੀਜ਼ਨ ਜਿੱਦਾਂ ਮੈਂ ਆ ਬੱਚੇ ਮੇਰਾ ਵੀ ਸਿਲੇਬਸ ਸਾਰਾ ਕੰਪਲੀਟ ਆ, ਬਟ ਰਿਵੀਜ਼ਨ ਦੇ ਵਿੱਚ ਕਹਿ ਲਓ ਥੋੜ੍ਹੀ ਛੂਟ ਰਹਿ ਗਈ, ਟਾਈਮ ਘੱਟ ਸੀ। ਡੈਫੀਨੇਟਲੀ ਤੁਹਾਡਾ ਵੀ ਸੇਮ ਹੋਏਗਾ, ਰਿਵੀਜ਼ਨ ਘੱਟ ਹੋਈ ਹੋਏਗੀ। ਸੋ 4 ਕੁਐਸਚਨਸ ਹੀ ਆ ਜਿਹੜੇ ਕਿ ਜ਼ਿਆਦਾ ਮੋਸਟ ਇੰਪੋਰਟੈਂਟ ਆ। ਆਈਸੋਥਰਮਲ ਪ੍ਰੋਸੈਸ, ਐਡੀਆਬੈਟਿਕ ਪ੍ਰੋਸੈਸ, ਹੀਟ ਇੰਜਨ ਐਂਡ ਅ ਕਾਰਨੋਟ ਹੀਟ ਇੰਜਨ। ਇਹਨਾਂ 4 ਕੁਐਸਚਨ ਅੱਛੀ ਤਰੀਕੇ ਨਾਲ ਕਰ ਲਓ। ਇੱਕ ਕੁਐਸਚਨ ਤਾਂ 100% ਸ਼ਿਓਰ ਆ ਕਿ ਰਾਜੇ ਆ ਹੀ ਜਾਏਗਾ, ਠੀਕ ਹੈ। ਪਲੱਸ ਨੂਮੈਰੀਕਲ ਆਏਗਾ। ਸੋ ਨੂਮੈਰੀਕਲ ਆਪਾਂ ਨੈਕਸਟ ਵੀਡੀਓ ਦੇ ਵਿੱਚ ਡਿਸਕਸ ਕਰ ਲਾਂਗੇ ਕਿਸ ਤਰੀਕੇ ਦੇ ਨੂਮੈਰੀਕਲ ਜਿਹੜੇ ਆ ਇੰਪੋਰਟੈਂਟ ਹੈ। ਐਂਡ ਲਾਸਟ ਵਨ ਇਜ਼ ਔਸੀਲੇਸ਼ਨ। ਔਸੀਲੇਸ਼ਨ ਦੇ ਵਿੱਚੋਂ ਬੱਚੇ ਇੱਕ ਥਿਓਰੀ ਕੁਐਸਚਨ ਆਏਗਾ ਪਲੱਸ ਇੱਕ ਥਿਓਰੀ ਕੁਐਸਚਨ ਆਏਗਾ, ਮਤਲਬ 2 ਕੁਐਸਚਨ ਆਉਣਗੇ, ਦੋਨੋਂ ਹੀ ਥਿਓਰੀ ਕੁਐਸਚਨਸ ਹੋਣਗੇ। ਸੋ ਆਪਾਂ ਦੇਖ ਲੈਂਦੇ ਹਾਂ ਹੁਣ ਬੱਚੇ ਔਸੀਲੇਸ਼ਨ ਦੇ ਵਿੱਚ ਲੌਂਗ 3 ਮਾਰਕਸ ਦਾ ਆਰਟੀਕਲ ਕਿਹੜੇ ਬਣ ਸਕਦੇ ਆ। ਸੋ ਬੱਚੇ ਦੇਖ ਸਕਦੇ ਆ ਸਭ ਤੋਂ ਪਹਿਲਾਂ ਆ ਪੀਰੀਓਡਿਕ ਮੋਸ਼ਨ। ਪੀਰੀਓਡਿਕ ਮੋਸ਼ਨ ਦੇ ਅੰਦਰ ਬੱਚੇ ਟਾਈਮ ਪੀਰੀਅਡ, ਫ੍ਰੀਕੁਐਂਸੀ, ਡਿਸਪਲੇਸਮੈਂਟ ਐਜ਼ ਅ ਫੰਕਸ਼ਨ ਆਫ ਟਾਈਮ। ਸੋ ਬੱਚੇ ਇਹ ਆਰਟੀਕਲ ਬਹੁਤ ਰੇਅਰ ਚਾਂਸਿਸ ਆ ਕਿ ਇਹ ਆਰਟੀਕਲ ਜਿਹੜਾ ਆ 3 ਮਾਰਕਸ ਦਾ ਕੁਐਸਚਨ ਬਣ ਕੇ ਆਵੇ। ਸੋ ਪੀਰੀਓਡਿਕ ਮੋਸ਼ਨ ਆ, ਪੀਰੀਓਡਿਕ ਮੋਸ਼ਨ ਦੇ ਸਬ ਪਾਰਟ ਆ ਟਾਈਮ ਪੀਰੀਅਡ, ਫ੍ਰੀਕੁਐਂਸੀ ਤੇ ਡਿਸਪਲੇਸਮੈਂਟ। ਇਹਦਾ ਮਤਲਬ ਰੇਅਰ ਚਾਂਸਿਸ ਆ ਕਿ 3 ਮਾਰਕਸ ਦਾ ਕੁਐਸਚਨ ਇਹ ਬਣ ਕੇ ਆਵੇ। ਨੈਕਸਟ ਆ ਸਿੰਪਲ ਹਾਰਮੋਨਿਕ ਮੋਸ਼ਨ ਐਂਡ ਇਟਸ ਇਕੁਏਸ਼ਨਸ। ਸੋ ਬੱਚੇ ਇਹ ਮੋਸਟ ਇੰਪੋਰਟੈਂਟ ਕੁਐਸਚਨ ਆ ਜਿਹੜਾ ਕਿ 3 ਮਾਰਕਸ ਦਾ ਕੁਐਸਚਨ ਜਿਹੜਾ ਆ ਤੁਹਾਡਾ ਬਣ ਸਕਦਾ। ਇੰਪੋਰਟੈਂਟ ਕੁਐਸਚਨ ਆ ਸਿੰਪਲ ਹਾਰਮੋਨਿਕ ਮੋਸ਼ਨ ਐਂਡ ਇਟਸ ਇਕੁਏਸ਼ਨਸ, ਠੀਕ ਹੈ। ਨੈਕਸਟ ਆ ਔਸੀਲੇਸ਼ਨਸ ਆਫ ਅ ਲੋਡ ਸਪਰਿੰਗ
ਰੀਸਟੋਰਿੰਗ ਫੋਰਸ ਐਂਡ ਫੋਰਸ ਕਨਸਟੈਂਟ ਓਸੀਲੇਸ਼ਨਸ ਬੱਚੇ ਲੋਡਿੰਗ ਸਪਰਿੰਗ ਦੇ ਅੰਦਰ ਜਿਹੜਾ ਤੁਸੀਂ ਕਰਨਾ ਆ ਇਹ ਵੀ ਜਿਹੜਾ 3 ਮਾਰਕਸ ਦਾ ਕੁਐਸਚਨ ਆ ਸਕਦਾ ਆ ਸੋ ਲੈਸ ਇੰਪੋਰਟੈਂਟ ਕੁਐਸਚਨ ਆ ਨੈਕਸਟ ਆ એનર્ਜੀ ਇਨ ਅ ਸਿੰਪਲ ਹਾਰਮੋਨਿਕ ਮੋਸ਼ਨ ਕਾਈਨੈਟਿਕ ਐਂਡ ਅ ਪੋਟੈਂਸ਼ੀਅਲ એનર્ਜੀ ਦਿਸ ਇਜ਼ ਅ ਮੋਸਟ ਇੰਪੋਰਟੈਂਟ ਕੁਐਸਚਨ ਜਿਹੜਾ ਕਿ 3 ਮਾਰਕਸ ਦਾ ਕੁਐਸਚਨ ਰਾਜੇ ਤੁਹਾਡੇ ਐਗਜ਼ਾਮ ਦੇ ਅੰਦਰ ਪੁੱਛਿਆ ਜਾ ਸਕਦਾ ਆ ਸੋ ਬੱਚੇ ਮੇਰੀ ਪਲੇਲਿਸਟ ਦੇ ਵਿੱਚ ਇਹ ਆਰਟੀਕਲ ਤੁਹਾਨੂੰ ਨਹੀਂ ਮਿਲੇਗਾ ਬਿਕੋਜ਼ ਇਹ ਆਰਟੀਕਲ ਜਿਹੜਾ ਆ ਮੈਂ ਸਕਿਪ ਕਰ ਦਿੱਤਾ ਸੀ ਬਿਕੋਜ਼ ਟਾਈਮ ਘੱਟ ਹੈ ਸੋ ਮੇਰਾ ਇਰਾਦਾ ਸੀਗਾ ਕਿ ਪ੍ਰੀ ਬੋਰਡ ਤੋਂ ਬਾਅਦ ਮੈਂ ਆਪਣੇ ਸਕੂਲ ਦੇ ਸਟੂਡੈਂਟਸ ਨੂੰ ਕਰਵਾਉਂਗੀ ਸੋ ਅਗਰ ਤੁਸੀਂ ਕਿਸੇ ਹੋਰ ਸਕੂਲ ਦੇ ਸਟੂਡੈਂਟ ਆ ਤਾਂ ਬੱਚੇ એનર્ਜੀ ਇਨ ਅ ਸਿੰਪਲ ਹਾਰਮੋਨਿਕ ਮੋਸ਼ਨ ਕਾਈਨੈਟਿਕ ਐਂਡ ਅ ਪੋਟੈਂਸ਼ੀਅਲ એનર્ਜੀ ਇੰਪੋਰਟੈਂਟ ਆਰਟੀਕਲ ਹੈ ਸੋ ਇਹ ਆਰਟੀਕਲ ਅੱਛੇ ਤਰੀਕੇ ਨਾਲ ਕਰਕੇ ਜਾਣਾ ਨੈਕਸਟ ਹੈ ਸਿੰਪਲ ਪੈਂਡੂਲਮ ਬੱਚੇ ਸਿੰਪਲ ਪੈਂਡੂਲਮ ਇਜ਼ ਅ ਮੋਸਟ ਇੰਪੋਰਟੈਂਟ ਆਰਟੀਕਲ ਮੰਨ ਕੇ ਚੱਲੋ ਕਿ 90 to 95% ਆਰਟੀਕਲ ਜਿਹੜਾ ਆ ਸਿੰਪਲ ਪੈਂਡੂਲਮ ਆਏਗਾ ਹੀ ਆਏਗਾ ਸਿੰਪਲ ਪੈਂਡੂਲਮ ਦੇ ਨਾਲ ਬੱਚੇ ਤੁਸੀਂ ਉਹਦਾ ਟਾਈਮ ਪੀਰੀਅਡ ਵੀ ਨਾਲ ਹੀ ਕਰੋਗੇ ਸੋ ਇਹ ਆਰਟੀਕਲ ਕਹਿ ਲਓ ਕਿ ਕਿਉਂਕਿ ਦਿਓ ਥਿਓਰੀ ਕੁਐਸਚਨ ਆ ਬੱਚੇ ਆਏਗਾ ਹੀ ਆਏਗਾ ਕਲੀਅਰ ਹੋ ਗਿਆ ਸੋ ਜਿਹੜੇ ਬੱਚੇ ਮੇਰੇ ਸਟੂਡੈਂਟ ਆ ਅਗਰ ਉਹ એનર્ਜੀ ਵਾਲਾ ਆਰਟੀਕਲ ਨਹੀਂ ਵੀ ਕਰਦੇ ਮੰਨ ਲਓ ਪੇਪਰ ਵਿੱਚ ਆ ਵੀ ਜਾਂਦਾ ਹੈ ਤਾਂ ਤੁਸੀਂ ਉਹ ਸਕਿਪ ਕਰਕੇ ਜਾ ਸਕਦੇ ਕਿਉਂਕਿ ਔਰ ਕਰਕੇ ਆਏਗਾ ਸੋ ਬੇਸਿਕਲੀ ਬੱਚੇ 4 ਕੁਐਸਚਨਸ ਹੀ ਆ ਇਹਦੇ ਵਿੱਚੋਂ ਪੀਰੀਓਡਿਕ ਮੋਸ਼ਨ ਵਾਲਾ ਆਰਟੀਕਲ ਜੋ ਕਿ ਲੈਸ ਇੰਪੋਰਟੈਂਟ ਆ ਦੈਨ ਸਿੰਪਲ ਹਾਰਮੋਨਿਕ ਮੋਸ਼ਨ ਜੋ ਕਿ ਇੰਪੋਰਟੈਂਟ ਹੈ ਦੈਨ oscillation of a loading spring which is also less important topic next energy in a simple harmonic motion which is a most important topic then simple pendulum which is also most important topic so ਮੰਨ ਕੇ ਚੱਲੋ ਕਿ ਸਿੰਪਲ ਪੈਂਡੂਲਮ ਤਾਂ ਪੇਪਰ ਦੇ ਅੰਦਰ ਆਏਗਾ ਹੀ ਆਏਗਾ ਕਲੀਅਰ ਹੋ ਗਿਆ ਜੀ ਸੋ ਇਹ ਬੱਚੇ ਸਾਡੇ oscillation ਦੇ ਕੁਛ ਇੱਕ ਕੁਐਸਚਨ ਸੀ ਜੋ ਤੁਸੀਂ ਅੱਛੇ ਤਰੀਕੇ ਨਾਲ ਪ੍ਰਿਪੇਅਰ ਕਰਕੇ ਹੀ ਜਾਣੇ ਆ ਸੋ ਰਾਜੀ ਇਸ ਵੀਡੀਓ ਦੇ ਵਿੱਚ ਅਸੀਂ ਸਿਰਫ ਔਰ ਸਿਰਫ 3 ਮਾਰਕਸ ਦੇ ਕੁਐਸਚਨ ਡਿਸਕਸ ਕੀਤੇ ਹੈ ਸੋ ਅਗਰ ਤੁਸੀਂ ਚਾਹੁੰਦੇ ਆ ਕਿ 1 and 2 ਮਾਰਕਸ ਦੇ ਕੁਐਸਚਨਸ ਵੀ ਡਿਸਕਸ ਕਰ ਲਏ ਜਾਣ ਤਾਂ ਪਲੀਜ਼ ਇੱਕ ਵਾਰੀ ਕਮੈਂਟ ਸੈਕਸ਼ਨ ਦੇ ਵਿੱਚ ਦੇ ਦੇਣਾ 1 and 2 ਮਾਰਕਸ ਦੇ ਕੁਐਸਚਨ ਵੀ ਜਿਹੜੇ ਆ ਇਸੇ ਤਰੀਕੇ ਨਾਲ ਡਿਸਕਸ ਕਰ ਲਏ ਜਾਣਗੇ ਕਿ ਕਿਹੜੇ ਤੁਸੀਂ ਕੁਐਸਚਨਸ ਕਰਨੇ ਆ ਸੋ ਬੱਚੇ ਆਪਣੇ ਸਿਲੇਬਸ ਦੇ ਅਕੋਰਡਿੰਗਲੀ ਪੜ੍ਹਨਾ ਸਿਲੇਬਸ ਦੇ ਅਕੋਰਡਿੰਗਲੀ ਪੜ੍ਹ ਕੇ ਜਾਓਗੇ ਤਾਂ ਤੁਹਾਨੂੰ ਬੱਚੇ ਲਿਮਿਟਿਡ ਕੁਐਸਚਨਸ ਹੀ ਪ੍ਰਿਪੇਅਰ ਕਰਨੇ ਪੈਣਗੇ 3 ਔਰ 5 ਮਾਰਕਸ ਦੇ ਲਈ ਔਰ ਇਸ ਤਰੀਕੇ ਨਾਲ ਪੜ੍ਹ ਕੇ ਜਾਓਗੇ ਤਾਂ ਡੈਫੀਨੇਟਲੀ ਤੁਹਾਡੇ ਪੇਪਰ ਦੇ ਅੰਦਰ ਮਾਰਕਸ ਜਿਹੜੇ ਆ ਬਹੁਤ ਅੱਛੇ ਆਉਣ ਵਾਲੇ ਆ ਸੋ ਆਲ ਦਾ ਬੈਸਟ ਫॉर ਪ੍ਰੀ ਬੋਰਡ ਐਂਡ ਅ ਫਾਈਨਲ ਐਗਜ਼ਾਮ ਸੋ ਜਾਂਦੇ ਬੱਚੇ ਵੀਡੀਓ ਨੂੰ ਲਾਈਕ ਕਰ ਦਿਓ ਔਰ ਮੈਕਸਿਮਮ ਸ਼ੇਅਰ ਕਰ ਦਿਓ ਇੰਨਾ ਸ਼ੇਅਰ ਕਰ ਦੇਣਾ ਕਿ ਤੁਹਾਡੇ ਸਾਰੇ ਫਰੈਂਡਸ ਨੂੰ ਕਲੀਅਰ ਹੋ ਜਾਵੇ ਕਿ ਸਾਨੂੰ ਕਿਹੜੇ ਕੁਐਸਚਨਸ ਜਿਹੜੇ ਆ ਪ੍ਰੀ ਬੋਰਡ ਦੇ ਲਈ ਜਾਂ ਫਿਰ ਫਾਈਨਲ ਐਗਜ਼ਾਮ ਦੇ ਲਈ 3 ਔਰ 5 ਮਾਰਕਸ ਦੇ ਕੁਐਸਚਨਸ ਪੜ੍ਹਨੇ ਚਾਹੀਦੇ ਆ ਸੋ 1 and 2 ਮਾਰਕਸ ਦੇ ਲਈ ਪਲੀਜ਼ ਕਮੈਂਟ ਸੈਕਸ਼ਨ ਦੇ ਵਿੱਚ ਦੇ ਦੇਣਾ ਬੱਚੇ ਅਲੱਗ ਤੋਂ ਵੀਡੀਓ ਤੁਹਾਨੂੰ ਉਹਦੇ ਲਈ ਮਿਲ ਜਾਏਗੀ ਥੈਂਕ ਯੂ ਸੋ ਮਚ